ਸੋ ਅੱਜ ਅਸੀਂ ਗੱਲ ਕਰਾਂਗੇ MS ਸੈਕਸ਼ਨ ਜਿਹੜੇ ਸਟੀਲ ਵਿੰਡੋਜ਼ ਜਾਂ ਡੋਰਸ ਦੇ ਵਿੱਚ ਯੂਜ਼ ਹੁੰਦੇ ਨੇ। ਆਪਣੇ ਸਿਲੇਬਸ ਦੇ ਵਿੱਚ ਸਟੀਲ ਡੋਰਸ ਐਂਡ ਵਿੰਡੋਜ਼ ਆਪਣਾ ਨੈਕਸਟ ਪਾਰਟ ਹੈਗਾ ਹੈ। ਸੋ ਜਿਹੜੇ ਸੈਕਸ਼ਨਸ ਇਹਨਾਂ ਵਿੱਚ ਯੂਜ਼ ਹੁੰਦੇ ਨੇ ਉਹਨਾਂ ਦੇ ਪਾਰਟਿਕੂਲਰ ਨਾਮ ਨੇ, CPWD ਵੱਲੋਂ ਸਪੈਸੀਫਾਈਡ ਹੈਗੇ ਨੇ, ਉਹਨਾਂ ਦੀਆਂ ਡਾਈਮੈਂਸ਼ਨਸ ਜਿਹੜੀਆਂ ਹੈ ਉਹ ਸਪੈਸੀਫਾਈਡ ਹੈਗੀਆਂ ਹੈ। ਸੋ ਉਹਦੇ ਬਾਰੇ ਅੱਜ ਡਿਸਕਸ ਕਰਾਂਗੇ ਆਪਾਂ। ਜਿਹੜਾ ਸਟੀਲ ਵਿੰਡੋਜ਼ ਹੈਗੇ ਆ ਉਹਦੇ ਵਿੱਚ ਜਿਹੜਾ ਮੇਨ ਸੈਕਸ਼ਨ ਯੂਜ਼ ਹੁੰਦਾ ਹੈ that is F7 and F4B, ਠੀਕ ਹੈ। ਇਸ ਤੋਂ ਇਲਾਵਾ ਵੀ ਹੋਰ ਸੈਕਸ਼ਨਸ ਹੈਗੇ ਨੇ। ਸੋ ਪਾਰਟਿਕੂਲਰ ਆਪਾਂ ਦੇਖ ਰਹੇ ਹਾਂ this is F7 ਸੈਕਸ਼ਨ, ਠੀਕ ਹੈ। ਸੋ ਇਹਦੀ ਜਿਹੜੀ ਡਾਈਮੈਂਸ਼ਨ ਇੱਕ ਪਾਸੇ 25 mm ਹੈ ਔਰ ਇੱਕ ਪਾਸੇ ਤਕਰੀਬਨ ਤੁਹਾਡਾ 40 mm ਦੇ ਲਾਗੇ ਛਾਗੇ, ਠੀਕ ਹੈ। ਸੋ ਇਹ ਸੈਕਸ਼ਨ F7 ਜਿਹੜਾ ਮੇਨਲੀ ਯੂਜ਼ ਹੁੰਦਾ ਫਰੇਮ ਵਾਸਤੇ। ਜਦੋਂ ਵੀ ਸਟੀਲ ਵਿੰਡੋ ਦੀ ਆਪਾਂ ਫਰੇਮਿੰਗ ਕਰਨੀ ਹੈਗੀ ਹੈ, ਜਿਹਨੂੰ ਚੁਗਾਟ ਕਹਿੰਦੇ ਆ, ਉਹ ਬਣਾਉਣੀ ਹੈਗੀ ਹੈ ਤਾਂ ਉਹ F7 ਦੀ ਬਣਾਉਣੀ ਹੈ, ਠੀਕ ਹੈ। ਔਰ ਕਈ ਕੇਸਿਸ ਵਿੱਚ F4B ਨੂੰ ਵੀ ਯੂਜ਼ ਕਰਦੇ ਨੇ, ਬਟ ਆਪਾਂ F7 ਨੂੰ ਯੂਜ਼ ਕਰਨਾ ਹੈ ਮੇਨ। ਔਰ ਜਦੋਂ ਖਿੜਕੀ ਜਿਹੜੀ ਬਣਾਉਣੀ ਹੈ, ਜਿਹੜੀ ਓਪਨੇਬਲ ਖਿੜਕੀ ਹੁੰਦੀ ਹੈ, ਉਹਦਾ ਵੀ ਜਿਹੜਾ ਫਰੇਮ ਬਣਾਉਣਾ ਹੈ ਉਹ ਵੀ ਆਪਾਂ F7 ਨੂੰ ਯੂਜ਼ ਕਰਕੇ ਬਣਾਉਣਾ, ਠੀਕ ਹੈ। ਸੋ F7 ਇੱਕ ਇੰਪੋਰਟੈਂਟ ਸੈਕਸ਼ਨ ਹੈਗਾ ਇਹਦੇ ਵਿੱਚ। ਔਰ ਸੈਕੰਡ ਇੰਪੋਰਟੈਂਟ ਸੈਕਸ਼ਨ ਹੈ F4B। ਇਹਨੂੰ ਆਪਾਂ ਮੇਨਲੀ ਉੱਥੇ ਯੂਜ਼ ਕਰਦੇ ਹਾਂ ਜਿੱਥੇ ਇੱਕ ਪਾਸੇ ਮੇਰੇ ਕੋਲ ਵਿੰਡੋ ਆਵੇ, ਓਪਨੇਬਲ ਵਿੰਡੋ ਆਵੇ, ਔਰ ਇੱਕ ਪਾਸੇ ਮੇਰੇ ਕੋਲ ਫਿਕਸ ਵਿੰਡੋ ਆਵੇ, ਠੀਕ ਹੈ। ਓਪਨੇਬਲ ਵਿੰਡੋ ਐਂਡ ਫਿਕਸ ਵਿੰਡੋ ਆਪਾਂ ਨੂੰ ਪਤਾ ਹੈ ਕਿ ਓਪਨੇਬਲ ਵਿੰਡੋ ਜਿਹੜਾ ਵਿੰਡੋ ਹੈਗੀ ਹੈ ਉਹ ਜਿਹੜੇ ਜਿਹਨੂੰ ਕੀ ਕਹਿੰਦੇ ਪੱਲਾ ਕਹਿੰਦੇ ਆ, ਉਹ ਖੁੱਲਦਾ ਹੈ, ਦੈਟ ਇਜ਼ ਓਪਨੇਬਲ ਵਿੰਡੋ। ਔਰ ਫਿਕਸ ਵਿੰਡੋ ਉਹ ਹੈ ਜਿੱਥੇ ਗਲਾਸ ਹੋ ਸਕਦਾ ਹੈ, PVC ਸ਼ੀਟ ਹੋ ਸਕਦੀ ਹੈ, ਟਰਾਂਸਪੇਰੈਂਟ ਕੋਈ ਸ਼ੀਟ ਹੋ ਸਕਦੀ ਹੈ, ਠੀਕ ਹੈ। ਆਪਣੇ ਕਾਲਜ ਦੇ ਵਿੱਚ ਜਿੰਨੇ ਆਪਾਂ ਜਿਹੜੇ ਸਾਡੇ ਸਟੂਡੀਓਜ਼ ਹੈਗੇ ਨੇ ਉਹਨਾਂ ਵਿੱਚ ਸਟੀਲ ਵਿੰਡੋਜ਼ ਆਪਾਂ ਕਾਫੀ ਦੇਖੀਆਂ ਹੋਣਗੀਆਂ, ਔਰ ਸਾਰੀ ਜਿਹੜੀ ਵਿੰਡੋਜ਼ ਹੈ ਤਕਰੀਬਨ ਉਹ ਸਟੀਲ ਵਿੰਡੋਜ਼ ਹੈ। ਅੱਜ ਦੀ ਡੇਟ ਦੇ ਵਿੱਚ ਸਟੀਲ ਵਿੰਡੋਜ਼ ਦਾ ਟ੍ਰੈਂਡ ਐਟਲੀਸਟ ਇਹ ਸੈਕਸ਼ਨ ਯੂਜ਼ ਕਰਕੇ ਤਾਂ ਨਹੀਂ ਹੈਗਾ ਵੈਸੇ, ਬਟ ਸਾਡੇ ਸਿਲੇਬਸ ਵਿੱਚ ਹੈਗੀ ਹੈ, ਆਪਾਂ ਇਹਨੂੰ ਕਰਾਂਗੇ। CPWD ਦੀ ਸਪੈਸੀਫਿਕੇਸ਼ਨ ਦੇ ਨਾਲ ਜਿੱਥੇ ਵੀ ਕੰਮ ਹੋ ਰਿਹਾ ਹੈ ਉੱਥੇ ਇਹ ਸੈਕਸ਼ਨ ਯੂਜ਼ ਹੁੰਦੇ ਨੇ, ਠੀਕ ਹੈ। ਇਸ ਤੋਂ ਇਲਾਵਾ ਇੱਕ ਮੇਨ ਸੈਕਸ਼ਨ ਯੂਜ਼ ਹੁੰਦਾ ਇਹਦੇ ਵਿੱਚ T ਸੈਕਸ਼ਨ, ਠੀਕ ਹੈ। T ਸੈਕਸ਼ਨ ਦੇ ਵੀ ਅਲੱਗ-ਅਲੱਗ ਸੈਕਸ਼ਨਸ ਹੈਗੇ ਨੇ। ਸਾਡਾ ਜਿਹੜਾ ਮੇਨ ਮਕਸਦ ਹੈ ਜਦੋਂ ਆਪਾਂ ਫਰੇਮ ਬਣਾਉਣਾ ਹੈ ਉਹ 25 mm ਦਾ, ਤਾਂ ਇੱਥੋਂ ਜਿਹੜੇ T ਸੈਕਸ਼ਨ 25 mm ਵਾਲਾ ਹੈ ਉਹ ਆਪਾਂ ਜਨਰਲੀ ਯੂਜ਼ ਕਰਾਂਗੇ। ਸੋ ਦਿਸ ਇਜ਼ 25 mm। ਇਹ ਸਾਡਾ ਜਿਹੜਾ 28 mm ਹੈ ਥੋੜਾ ਵੱਡਾ ਹੋ ਗਿਆ ਉਤੋਂ, ਇਹ 35 mm ਹੈ, ਇਹ 19 mm ਹੈ, ਠੀਕ ਹੈ। ਸੋ ਆਪਾਂ 25 mm ਵਾਲਾ T ਸੈਕਸ਼ਨ ਜਿਹੜਾ T2 ਵਿੱਚ ਮੇਨ ਯੂਜ਼ ਹੋਏਗਾ ਵਿੰਡੋ ਦੇ ਵਿੱਚ, ਠੀਕ ਹੈ। ਸੋ ਇਹ ਹੈਗੇ ਸੈਕਸ਼ਨਸ। ਇਸ ਤੋਂ ਇਲਾਵਾ ਵੀ ਹੋਰ ਸੈਕਸ਼ਨਸ ਨੇ, ਆਪਾਂ ਉਹ ਵੀ ਡਿਸਕਸ ਕਰਾਂਗੇ ਕਿ ਜਿਹੜਾ FZ5 ਹੈ ਉਹ ਕਿੱਥੇ ਯੂਜ਼ ਹੁੰਦਾ ਹੈ। ਔਰ ਦਿਸ ਇਜ਼ ਸਿਮਿਲਰ ਟੂ FZ5 ਬਟ ਐਗਜ਼ੈਕਟ FZ5 ਨਹੀਂ ਹੈਗਾ। ਐਂਡ ਸੈਕੰਡ ਸੈਕਸ਼ਨ ਇਜ਼ K12B, ਠੀਕ ਹੈ। ਸੋ ਇਹ 3-4 ਸੈਕਸ਼ਨਸ ਆਪਾਂ ਯੂਜ਼ ਹੁੰਦੇ, ਆਪਾਂ ਇਹਨੂੰ ਸ਼ੀਟ ਵੀ ਦੇਖਾਂਗੇ ਇਹਦੀ। ਸੋ ਸਟੀਲ ਵਿੰਡੋ ਯੂਜ਼ ਕਿੱਥੇ ਹੁੰਦਾ ਜਨਰਲੀ, ਜਿੰਨੀਆਂ ਗਵਰਨਮੈਂਟ ਬਿਲਡਿੰਗਸ ਹੈਗੀਆਂ ਨੇ ਜਾਂ ਪਬਲਿਕ ਬਿਲਡਿੰਗਸ ਕਹਿ ਲਓ, ਜਿੱਥੇ ਆਪਾਂ ਵੁੱਡ ਦਾ ਖਰਚਾ ਸਾਨੂੰ ਜ਼ਿਆਦਾ ਪੈਂਦਾ ਹੈ, ਬਟ ਆਪਾਂ ਬਹੁਤ ਸਾਰੀਆਂ ਵਿੰਡੋਜ਼ ਹੈਗੀਆਂ ਤੇ ਵੁੱਡ ਦੇ ਵਿੱਚ ਬਣਾਉਣ ਦੀ ਬਜਾਏ ਆਪਾਂ MS ਦੇ ਵਿੱਚ ਬਣਾ ਲਈਏ, ਠੀਕ ਹੈ। ਇਹਦਾ ਵੁੱਡ ਦਾ ਕੋਈ ਨਾ ਕੋਈ ਇਸ਼ੂ ਆਉਂਦਾ ਹੈ, ਰਸਟਿੰਗ ਦਾ, ਸੌਰੀ ਵੁੱਡ ਦਾ ਮੇਨ ਇਸ਼ੂ ਆਉਂਦਾ ਹੈ ਕਿ ਸਿਉਂਕ ਲੱਗ ਜਾਂਦੀ ਹੈ ਉਹਨੂੰ, ਠੀਕ ਹੈ। ਔਰ ਇਹਦਾ ਜਿਹੜਾ ਕੋਈ ਮੇਨ ਇਸ਼ੂ ਹੈਗਾ ਉਹ ਰਸਟਿੰਗ ਹੈਗੀ ਹੈ ਸਟੀਲ ਵਿੰਡੋ ਦੀ। ਸੋ ਆਪਾਂ ਕੀ ਕਰਦੇ ਹਾਂ ਇਹਦੇ ਵਿੱਚ ਪੇਂਟਿੰਗ ਦੇ ਨਾਲ ਮੇਨਟੇਨੈਂਸ ਕਰਦੇ ਹਾਂ, ਠੀਕ ਹੈ। ਸੋ ਜਿੱਥੇ ਬਹੁਤ ਨੰਬਰ ਆਫ ਵਿੰਡੋਜ਼ ਇਕੱਠੀਆਂ ਚਾਹੀਦੀਆਂ ਹੈ ਔਰ ਥੋੜਾ ਸਿਕਿਉਰਿਟੀ ਪਰਪਸ ਦੇ ਨਾਲ ਵੀ ਦੇਖਿਆ ਜਾਵੇ ਤਾਂ ਆਪਾਂ ਸਟੀਲ ਵਿੰਡੋਜ਼ ਉੱਥੇ ਪ੍ਰੈਫਰ ਕਰਾਂਗੇ। ਜਿਹੜਾ ਸੈਕਸ਼ਨ ਆਪਾਂ F7 ਸੈਕਸ਼ਨ ਦੇਖਿਆ ਹੈ ਉਹ ਇਸ ਤਰੀਕੇ ਨਾਲ ਯੂਜ਼ ਹੋਏਗਾ। ਜੇ ਇਸ ਪਾਸੇ ਦੀਵਾਰ ਹੈਗੀ ਹੈ ਸੋ ਇੱਥੇ F4 ਵੀ ਦਿਖਾਇਆ ਹੋਇਆ, ਆਪਾਂ ਇੱਥੇ F7 ਸੈਕਸ਼ਨ ਯੂਜ਼ ਕਰਾਂਗੇ, ਠੀਕ ਹੈ। F7 ਸੈਕਸ਼ਨ ਯੂਜ਼ ਕਰਾਂਗੇ ਜਿਹੜਾ ਫਰੇਮ ਦਾ ਹੈ, ਔਰ ਫਿਰ F7 ਸੈਕਸ਼ਨ ਯੂਜ਼ ਕਰਾਂਗੇ ਜਿਹੜਾ ਓਪਨੇਬਲ ਵਿੰਡੋ ਦਾ ਹੈ, ਠੀਕ ਹੈ। ਔਰ ਇਸੇ ਤਰ੍ਹਾਂ
जिथे एक पासे ओपनेबल हैगी है उत्थे F7 एक पासे आ गया, सेंटर च F4 भी आ गया, और दूसरे पासे जे फिक्स विंडो है तो आ सैक्शन नहीं आएगा, सो इतने सीधी डायरैक्ट फिक्स विंडो हो जाएगी। अदरवाइज आप इतने भी F7 सैक्शन यूज कर सकते हैं। ठीक है, सो इस सो F4 भी जोड़ा है एक मल्टी परपस ना आप यूज कर सकते हैं, फ्रेम्स भी यूज कर सकते हैं, और जिथे साडे कोल एक पासे फिक्स विंडो है या ओपनेबल विंडो है उत्थे मेन यूज कर सकते हैं। जे गल करिए ਆਪਾਂ ਜਿਹੜਾ ਸ਼ੀਟ ਬਣਾਣੀ ਹੈਗੀ ਹੈ ਉਹਦੇ ਵਿੱਚ ਆਪਾਂ ਕੀ ਕਰਨਾ ਹੈ, ਆਪਾਂ ਇੱਕ ਪਹਿਲਾਂ ਐਲੀਵੇਸ਼ਨ ਕ੍ਰੀਏਟ ਕਰਨੀ ਹੈ। ਠੀਕ ਹੈ, ਕੋਈ ਵੀ ਐਲੀਵੇਸ਼ਨ ਕ੍ਰੀਏਟ ਕਰਨੀ ਹੈ ਜਿਹਦੇ ਵਿੱਚ ਓਪਨੇਬਲ ਕਿਹੜਾ ਪਾर्ट हैगा है, फिक्स ਕਿਹੜਾ पार्ट हैगा है, वो ਤੁਸੀਂ डिसाइड करना है या डिजाइन करना है। ठीक है, सो ਆਪਾਂ फिक्स विंडो और ओपनेबल विंडो के हिसाब ਨਾਲ एक डिजाइन क्रिएट कर लिया। ਇਹਦੀ ਆਪਾਂ ਇੱਕ ਡਾਈਮੈਂਸ਼ਨ ਤੁਹਾਨੂੰ ਦੇ ਦਾਂਗੇ ਕਿ ਕਿੰਨੇ ਬਾਈ ਕਿੰਨੇ mm ਦਾ ਆਪਾਂ ਓਪਨਿੰਗ ਸਾਈਜ਼ ਲੈਣੀ ਹੈ। ਦੈਨ ਅਸੀਂ ਕੀ ਕਰਾਂਗੇ, ਉਹਦੇ ਸੈਕਸ਼ਨਸ ਕੱਟਾਂਗੇ, ਇੱਕ वर्टिकल ਸੈਕਸ਼ਨਸ ਕੱਟਾਂਗੇ, ਜਿੰਨੇ ਟਿਪੀਕਲ ਸੈਕਸ਼ਨਸ ਆ ਰਹੇ ਨੇ ਉਨੇ ਕਰਨੇ ਆ। ठीक है, फॉर एग्जांपल इस केस ਦੇ ਵਿੱਚ ਜੇ ਇੱਥੋਂ ਸੈਕਸ਼ਨ ਕੱਟੀਏ ਔਰ ਜੇ ਇੱਥੋਂ ਸੈਕਸ਼ਨ ਕੱਟੀਏ ਦੋਨੋਂ ਅਲੱਗ ਸੈਕਸ਼ਨ ਆ ਰਹੇ ਨੇ, ਜੇ ਇੱਥੋਂ ਫਿਰ ਕੱਟੀਏ ਉਹ ਇਹਦੇ ਨਾਲ ਸਿਮਿਲਰ ਹੋ ਜਾਂਦਾ ਹੈ। ਸੋ ਆਪਾਂ ਦੋ ਟਿਪੀਕਲ ਸੈਕਸ਼ਨ वर्टिकल हो गए ਸਾਡੇ ਕੋਲ, हॉरिजॉन्टल भी गल करिए एक आ सैक्शन हो गया, एक इस जगह तो हो गया और थर्ड ਜਿਹੜਾ इस जगह तो हो गया। ठीक है, ਇਹ ਜਿਹੜਾ ਡਿਜ਼ਾਈਨ ਹੈਗਾ ਹੈ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਵੀ ਇਹੀ ਯੂਜ਼ ਕਰਨਾ ਹੈ, ਤੁਸੀਂ ਆਪਣਾ ਡਿਜ਼ਾਈਨ ਯੂਜ਼ ਕਰ ਸਕਦੇ ਆ ਤਾਂ ਕਿ ਜ਼ਿਆਦਾ ਕਲੈਰਿਟੀ ਹੋ ਸਕੇ ਤਾਂ। ਠੀਕ ਹੈ, ਉਸ ਤੋਂ ਬਾਅਦ ਇਸੇ ਤਰ੍ਹਾਂ ਪਲਾਨਸ ਆ ਗਏ ਨੇ, ਜਿਹੜੇ ਆਪਾਂ ਸੈਕਸ਼ਨ ਦੀ ਗੱਲ ਕਰੀ ਇਹ ਸੈਕਸ਼ਨਲ ਪਲਾਨਸ ਆ ਗਏ ਨੇ A B C, ਔਰ ਇਹ ਸਾਡੇ ਕੋਲ ਸੈਕਸ਼ਨਲ ਐਲੀਵੇਸ਼ਨਸ ਆ ਗਏ D D ਐਂਡ E ਡੈਸ਼। ਠੀਕ ਹੈ, ਅੱਛਾ ਉਸ ਤੋਂ ਬਾਅਦ ਇਹ ਜਿਹੜੇ ਜੁਆਇੰਟ ਹੈਗੇ ਨੇ ਇਹ ਕਿਸ ਤਰੀਕੇ ਨਾਲ ਬਣਾਉਣੇ, ਕਿ ਜਦੋਂ ਆਪਾਂ ਇਸ ਤਰੀਕੇ ਨਾਲ ਸੈਕਸ਼ਨ ਕੱਢਦੇ ਹਾਂ ਤਾਂ ਇੱਥੇ ਕੀ ਸਿਚੁਏਸ਼ਨ ਆ ਰਹੀ ਹੈ, और फिर देन इस पॉइंट तक की सिचुएशन आ रही है, देन इस पॉइंट तक की सिचुएशन आ रही है, और इस पॉइंट तक की सिचुएशन आ रही है, ਉਹਨੂੰ ਆਪਾਂ ਇਸ ਪਲਾਨ ਦੇ ਵਿੱਚ ਲੈ ਕੇ ਆਣਾ। ਠੀਕ ਹੈ, ਸੋ ਉਸ ਨੂੰ ਕਰਨ ਤੋਂ ਪਹਿਲਾਂ ਆਪਾਂ ਕੀ ਕਰਾਂਗੇ, ਇਹਦੇ ਬਲੋ ਅਪਸ ਬਣਾ ਸਕਦੇ ਹਾਂ। ਦਿਸ ਇਜ਼ ਬਲੋ ਅਪ ਆਫ डिटेल एट सैक्शन A डैश। ठीक है, ਸੋ ਆਪਾਂ ਚਲੋ BB ਸੈਕਸ਼ਨ ਨੂੰ ਡਿਟੇਲ ਨੂੰ ਡਿਸਕਸ ਕਰਦੇ ਹਾਂ ਕਿ ਇਸ ਪੁਆਇੰਟ ਦੇ ਉੱਤੇ ਕੀ ਹੈ। ਆਪਾਂ ਗੱਲ ਕੀਤੀ ਸੀ ਕਿ ਜਿਹੜਾ ਬਾਹਰ ਵਾਲਾ ਫਰੇਮ ਹੋਏਗਾ, ਜਿਹੜਾ ਆਪਾਂ ਇਸ ਤਰੀਕੇ ਨਾਲ ਫਰੇਮ ਪੂਰਾ ਬਣਾਉਣਾ ਹੈ ਵਿੰਡੋ ਦਾ, ਉਹ ਆਪਾਂ F7 ਨਾਲ ਬਣਾਵਾਂਗੇ। ਠੀਕ ਹੈ, ਸੋ ਇੱਥੇ ਵਿੱਚ ਜਿਹੜਾ ਬਾਹਰ ਵਾਲਾ ਫਰੇਮ ਦਾ ਇੱਕ ਸੌਰੀ ਦਿਸ ਇਜ਼ BB, ਬਾਹਰ ਵਾਲਾ ਜਿਹੜਾ ਫਰੇਮ ਹੈ ਆਪਾਂ ਉਹ 'ਚ F7 ਸੈਕਸ਼ਨ ਯੂਜ਼ ਕਰ ਲਿਆ। ਠੀਕ ਹੈ, ਔਰ ਦੈਨ ਉਸ ਤੋਂ ਬਾਅਦ ਜਿਹੜਾ ਇੱਥੇ ਇੱਕ ਫਰੇਮ ਦਾ ਸੈਕਸ਼ਨ ਆਏਗਾ, ਚੁਗਾੜ ਦਾ ਸੈਕਸ਼ਨ ਆਏਗਾ, ਉਹਦੇ ਵਿੱਚ ਇੱਕ ਪਾਸੇ ਫਿਕਸ ਵਿੰਡੋ ਹੈ ਔਰ ਇੱਕ ਪਾਸੇ ਓਪਨੇਬਲ ਵਿੰਡੋ ਹੈ। ਸੋ ਇਸ ਕੇਸ ਦੇ ਵਿੱਚ ਆਪਾਂ ਕੀ ਕਰਾਂਗੇ ਕਿ ਜਿਹੜਾ ਇੱਥੇ ਸੈਕਸ਼ਨ ਯੂਜ਼ ਕਰਾਂਗੇ ਉਹਨੂੰ F4B ਯੂਜ਼ ਕਰਾਂਗੇ, ਕਿਉਂਕਿ ਇੱਕ ਪਾਸੇ ਫਿਕਸ ਵਿੰਡੋ ਹੈ ਔਰ ਇੱਕ ਪਾਸੇ ਓਪਨੇਬਲ ਵਿੰਡੋ ਹੈ। ਸੋ ਆਪਾਂ ਜਿਹੜਾ ਸੈਕਸ਼ਨ ਯੂਜ਼ ਕਰਾਂਗੇ ਦੈਟ ਇਜ਼ F4B। ਠੀਕ ਹੈ, ਔਰ ਇਸੇ ਤਰ੍ਹਾਂ ਉਸ ਤੋਂ ਬਾਅਦ ਅੱਗੇ ਵਾਲੇ ਜਿਹੜੇ ਸੈਕਸ਼ਨ ਹੈ ਉਹ ਕਿਉਂਕਿ ਪੂਰੀ ਜਿਹੜੇ ਵਿੰਡੋ ਹੈ ਮਿਰਰ ਹੈ ਉਹਦਾ ਆਪੋਜ਼ਿਟ ਹੈ, ਸੋ ਆਪਾਂ F4 ਵੀ ਮਿਰਰ ਕਰ ਦਾਂਗੇ ਔਰ F7 ਵੀ ਮਿਰਰ ਕਰ ਦਾਂਗੇ। ਸੋ ਇਸ ਤਰੀਕੇ ਨਾਲ ਸਾਡਾ ਫਰੇਮ ਬਣ ਜਾਏਗਾ। ਇਹ ਸਾਰਾ ਇੱਕੋ ਲਾਈਨ ਦੇ ਵਿੱਚ ਹੋਣਾ ਚਾਹੀਦਾ, ਮਤਲਬ ਇੱਥੋਂ ਜਿਹੜੀ ਲਾਈਨ ਡਰਾ ਕਰਾਂਗੇ ਉਸੇ ਲਾਈਨ ਦੇ ਉੱਤੇ ਇਹ ਸਾਰੇ ਸੈਕਸ਼ਨ ਆਣੇ ਚਾਹੀਦੇ ਨੇ ਫਰੇਮ ਦੇ। ਠੀਕ ਹੈ, ਉਸ ਤੋਂ ਬਾਅਦ ਗੱਲ ਕਰ ਰਹੀ ਓਪਨੇਬਲ ਵਿੰਡੋ ਜਿਹੜੀ ਹੈ, ਜਿਹੜੀ ਆ ਓਪਨੇਬਲ ਵਿੰਡੋ ਹੈ ਇਹਦਾ ਫਰੇਮ ਵੀ ਆਪਾਂ ਗੱਲ ਕੀਤੀ ਕਿ F7 ਨਾਲ ਬਣਾਵਾਂਗੇ। ਸੋ ਇਹ ਜਿਹੜਾ ਓਪਨੇਬਲ ਵਿੰਡੋ ਹੈ ਉਹਦਾ ਉੱਪਰ ਫਰੇਮ ਆ ਗਿਆ F7, और इसी तरह दूसरे पास F4B के नाल आ गया F7। सो आ वाला फ्रेम और आ वाला फ्रेम दोनों आपस में मिलके एक ओपनेबल विंडो का फ्रेम बना रहे हैं। ठीक है, सेक्शंस, और दैन इस तो बाद फिक्स विंडो है, ये F4B ने कैटर कर लेनी है। F4B एक पासे आप ग्लास लगा देंगे और इनू फिक्स कर देंगे। ठीक है, और दैन उस तो बाद फिर अगेन मिरर सैक्शन है, ਉਹਦੇ ਵਿੱਚ ਅਗੇਨ F7 ਔਰ F7 ਆਪਾਂ ਦੁਬਾਰਾ ਅਰੇਂਜ ਕਰ ਦਿੱਤੇ ਤਾਂ ਕਿ ਸਾਡਾ ਓਪਨੇਬਲ ਵਿੰਡੋ ਇੱਕ ਹੋਰ ਬਣ ਜਾਵੇ। ਠੀਕ ਹੈ, ਗਲਾਸ ਦੇ ਨਾਲ ਜਿਹੜਾ ਫਿਕਸ ਕਰਨਾ ਹੈ ਕੋਈ ਵੀ ਸੈਕਸ਼ਨ, ਉਹਦੇ ਦੋ ਆਪਸ਼ਨਸ ਹੈ, ਜਾਂ ਤਾਂ ਆਪਾਂ ਗਲਾਸ ਪੁੱਟੀ ਇੱਕ ਆਉਂਦੀ ਹੈ। ਠੀਕ ਹੈ, ਇਹ ਥੋੜੀ ਚੀਕਨੀ ਜੀ ਹੁੰਦੀ ਹੈ, ਕਲੇਈ ਹੁੰਦੀ ਹੈ, ਔਰ ਇਹਨੂੰ ਆਪਾਂ ਪ੍ਰੈਸ ਕਰ ਦਿੰਦੇ ਆ ਉਹਦੇ ਨਾਲ ਨਾਲ,
ਵਿੰਡੋ ਦੇ ਨਾਲ ਇਹ ਆਫਟਰ 3-4-6 ਘੰਟੇ ਬਾਅਦ ਇਹ ਸੁੱਕ ਜਾਂਦੀ ਹੈ ਔਰ ਇਹ ਇੱਕ ਜੁਆਇੰਟ ਬਣਾ ਦਿੰਦੀ ਹੈ। ਠੀਕ ਹੈ। ਔਰ ਦੂਸਰਾ ਤਰੀਕਾ ਹੈਗਾ ਕਿ ਆਪਾਂ ਕੋਈ ਇੱਥੇ ਅਗੇਨ ਇੱਕ ਚੈਨਲ ਸੈਕਸ਼ਨ MS ਦਾ ਯੂਜ਼ ਕਰੀਏ ਜਿਹਨੂੰ ਆਪਾਂ ਇਸ ਸੈਕਸ਼ਨ ਦੇ ਨਾਲ ਸਕਰੂ ਕਰ ਸਕੀਏ। ਠੀਕ ਹੈ। ਸੋ ਇਹ ਦੋ ਮੈਥਡ ਹੈਗੇ ਨੇ, ਇਹਨਾਂ ਨੂੰ ਆਪਾਂ ਹੋਰ ਥੋੜਾ ਡਿਸਕਸ ਕਰਾਂਗੇ ਡਿਟੇਲ ਦੇ ਵਿੱਚ ਇੱਕ 3D ਦੇ ਨਾਲ। ਦੂਸਰਾ ਜਿਹੜਾ ਵਰਟੀਕਲ ਸੈਕਸ਼ਨ ਦੀ ਆਪਾਂ ਗੱਲ ਕਰੀਏ, ਮੈਂ ਸਿੰਪਲ ਸੈਕਸ਼ਨ ਹੀ ਲੈ ਰਿਹਾ, ਇਹਦੇ ਵਿੱਚ ਵੈਂਟੀਲੇਟਰਸ ਹੈ, ਆਪਾਂ ਵੈਂਟੀਲੇਟਰਸ ਨੂੰ ਇਗਨੋਰ ਕਰ ਲੈਂਦੇ ਫਿਲਹਾਲ। ਜਿਹੜਾ ਦੂਸਰਾ ਸੈਕਸ਼ਨ ਹੈ EE ਡੈਸ਼ ਵਾਲਾ, ਉਹਦੇ ਵਿੱਚ ਆਪਾਂ ਜੇ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਉੱਪਰ F7 ਸੈਕਸ਼ਨ ਆ ਰਿਹਾ ਫਰੇਮ ਦਾ, ਦੈਨ ਉਸ ਤੋਂ ਬਾਅਦ ਇੱਕ ਇਹੋ ਜਿਹੀ ਜਗ੍ਹਾ ਆ ਰਹੀ ਜਿੱਥੇ ਦੋਨਾਂ ਪਾਸੇ ਫਿਕਸ ਵਿੰਡੋ ਹੈ। ਸੋ ਜਿੱਥੇ ਦੋਨਾਂ ਪਾਸੇ ਫਿਕਸ ਵਿੰਡੋਜ਼ ਆਉਣਗੀਆਂ ਉੱਥੇ ਆਪਾਂ T ਸੈਕਸ਼ਨ ਯੂਜ਼ ਕਰਾਂਗੇ। तो ਆਪਾਂ ਗੱਲ ਕੀਤੀ ਸੀ ਕਿ T2 ਸੈਕਸ਼ਨ ਨੂੰ ਯੂਜ਼ ਕਰਾਂਗੇ। ਠੀਕ ਹੈ। ਔਰ ਦੈਨ ਅਗਲੇ ਕੇਸ ਦੇ ਵਿੱਚ ਅਗੇਨ ਕੀ ਹੋ ਰਿਹਾ, ਇੱਥੇ ਫਿਕਸ ਵਿੰਡੋ ਹੈ, ਇੱਥੇ ਫਿਕਸ ਵਿੰਡੋ, ਦੈਨ ਆਪਾਂ ਇਹਨੂੰ ਵੀ T ਯੂਜ਼ ਕਰ ਸਕਦੇ ਹਾਂ। ਠੀਕ ਹੈ। ਬਟ ਦਿੱਕਤ ਕੀ ਹੈ, ਜਦੋਂ ਆਪਾਂ ਪੂਰੇ ਸੈਕਸ਼ਨ ਦੀ ਗੱਲ ਕਰੀਏ ਤਾਂ ਇੱਥੇ ਇੱਕ ਪਾਸੇ ਓਪਨੇਬਲ ਵਿੰਡੋ ਹੈ, ਇੱਕ ਪਾਸੇ ਫਿਕਸ ਵਿੰਡੋ ਹੈ। ਸੋ ਇੱਥੇ ਆਪਾਂ ਨੂੰ F4 ਵੀ ਚਾਹੀਦਾ ਸੀਗਾ। ਠੀਕ ਹੈ। ਸੋ ਇੰਨਾ F4 ਵੀ ਹੋਵੇ, ਇੰਨਾ T ਹੋਵੇ, ਫਿਰ F4 ਵੀ ਹੋਵੇ, ਇਹਦੀ ਬਜਾਏ ਆਪਾਂ ਇਕੱਠਾ F4 ਵੀ ਯੂਜ਼ ਕਰ ਲੈਂਦੇ ਹਾਂ ਇੱਥੇ। ਠੀਕ ਹੈ। ਸੋ ਇਹ ਥੋੜਾ ਜਿਹਾ ਇੱਕ ਇਹਦੇ ਵਿੱਚ ਚੇਂਜ ਹੈਗਾ ਹੈ। ਇੱਥੇ ਦੋਨੋਂ ਫਿਕਸ ਵਿੰਡੋ ਆ, ਆਪਾਂ ਇੱਥੇ T ਨਹੀਂ ਯੂਜ਼ ਕਰ ਰਹੇ ਕਿਉਂਕਿ ਆਪਾਂ ਨੂੰ ਇੱਕ ਪੂਰਾ ਸੈਕਸ਼ਨ ਲਗਾਤਾਰ ਯੂਜ਼ ਕਰਨਾ ਪੈਣਾ ਹੈ। ਠੀਕ ਹੈ। ਸੋ ਆਪਾਂ ਇਹਨੂੰ F4 ਵੀ ਸੈਕਸ਼ਨ ਯੂਜ਼ ਕਰ ਲਾਂਗੇ। तो ਇਹਨੂੰ डिटेल ਚ देखिए तो ऊपर सब तो पहले F7 सेक्शन आ गया। ठीक है। दैन उस तो बाद T सेक्शन आ गया, T2 आ गया इस पॉइंट ਤੇ, और दैन अगेन ਸਾਡੇ ਕੋਲ ਇੱਕ F4 ਵੀ ਆ ਗਿਆ, और दैन ਸਾਡੇ ਕੋਲ ਲਾਸਟ F7 सेक्शन आ गया। ठीक है। ਜਿਹੜਾ ਗਲਾਸ ਹੈ ਫਿਕਸ ਵਿੰਡੋ ਹੈ ਉਹ F7 ਦੇ ਤੇ F4 ਵੀ ਨਾਲ ਇੱਥੇ ਫਿਕਸ ਹੋ ਗਈ ਔਰ ਇਸੇ ਤਰ੍ਹਾਂ ਇੱਥੇ ਫਿਕਸ ਹੋ ਗਈ। ਸੋ ਇੱਕ ਡਿਟੇਲ ਪੁਟੀਨ ਦੀ ਆ ਦਿੱਤੀ ਹੋਈ ਹੈ ਕਿ ਪੁਟੀਨ ਜੇ ਭਰਨੀ ਹੈ ਤਾਂ ਇਸ ਤਰ੍ਹਾਂ ਐਂਗਲ ਦੇ ਨਾਲ ਆਪਾਂ ਪ੍ਰੈਸ ਕਰ ਲਾਂਗੇ, ਔਰ ਦੂਸਰੀ ਡਿਟੇਲ ਹੈ ਜਿਹਦੇ ਵਿੱਚ ਆਪਾਂ ਇੱਕ MS ਸੈਕਸ਼ਨ, ਚੈਨਲ ਸੈਕਸ਼ਨ C ਟਾਈਪ ਦਾ ਯੂਜ਼ ਕਰਕੇ ਆਪਾਂ ਗਲਾਸ ਨੂੰ ਫਿਕਸ ਕਰ ਰਹੇ ਹਾਂ। ਸੋ ਦੋਨੋਂ ਡਿਟੇਲ ਸਾਡੀਆਂ ਇਹਦੇ ਵਿੱਚ ਕਵਰ ਹੋ ਜਾਂਦੀਆਂ। ਠੀਕ ਹੈ। ਇਹ ਜਿਹੜੀਆਂ ਡਿਟੇਲਸ ਹੈਗੀਆਂ ਨੇ ਸਾਰੀਆਂ, ਇਹ ਸਾਨੂੰ ਇੱਕ ਸਲਾਈਡ ਲੈ ਕੇ, ਕੋਈ ਟਰਾਂਸਪੇਰੈਂਟ ਸ਼ੀਟ ਲੈ ਕੇ ਜਿਹੜੀ ਥੋੜੀ ਰਿਜਿਡ ਹੋਵੇ, ਉਹਦੇ ਵਿੱਚ ਸਾਨੂੰ ਇਹ ਕਟਿੰਗ ਕਰਨੀ ਪੈਣੀ ਹੈ ਸਕੇਲ 1:1 ਦੇ ਨਾਲ। ਠੀਕ ਹੈ। ਸਾਨੂੰ ਇਹ ਸਾਰਾ ਡਰਾ ਕਰਨਾ ਪੈਣਾ ਉਹਦੇ ਉੱਤੇ ਇੱਕ ਮਾਰਕਰ ਦੇ ਨਾਲ, ਔਰ ਦੈਨ ਸਾਨੂੰ ਇਹਦੇ ਵਿੱਚ ਕਟਿੰਗ ਕਰਨੀ ਪੈਣੀ ਹੈ ਉਸ ਸਲਾਈਡ ਦੇ ਵਿੱਚ ਜਾਂ ਉਸ, ਤਾਂ ਕਿ ਸਾਡਾ ਇੱਕ ਸਟੈਂਸਿਲ ਬਣ ਜਾਵੇ। ਠੀਕ ਹੈ। ਜਿਹਦੇ ਵਿੱਚ ਆਪਾਂ ਉਹਨੂੰ ਰੱਖ ਕੇ ਆਪਾਂ ਦੁਬਾਰਾ ਸੈਕਸ਼ਨਸ ਡਰਾ ਕਰ ਸਕੀਏ, ਕਿਉਂਕਿ ਇਹ ਚੀਜ਼ ਰੈਪੀਟੀਸ਼ਨ ਹੋ ਰਹੀ ਹੈ ਤਾਂ ਇੰਨਾ ਡਿਟੇਲ ਦੇ ਵਿੱਚ ਹਰ ਵਾਰੀ ਆਪਾਂ ਨਹੀਂ ਡਰਾ ਕਰ ਸਕਦੇ। ਜੇ ਡਿਟੇਲ ਬਣਾਉਣੀ ਹੈ ਤਾਂ ਆਪਾਂ ਇਹਦਾ ਸਟੈਂਸਿਲ ਡਰਾ ਕਰ ਲਾਂਗੇ। ਠੀਕ ਹੈ। ਸੋ ਸਟੈਂਸਿਲ ਡਰਾ ਕਰਨ ਦੇ ਲਈ ਸਾਨੂੰ ਇਹਦੀ ਡਾਇਮੈਂਸ਼ਨਿੰਗ ਸਾਰਾ ਪਤਾ ਹੋਣੀ ਚਾਹੀਦੀਆਂ ਹੈ। ਸੋ ਆਪਾਂ ਇਹ ਡਾਇਮੈਂਸ਼ਨਿੰਗ ਦੇ ਨਾਲ ਆਪਾਂ ਉਹ ਸਟੈਂਸਿਲ ਕ੍ਰੀਏਟ ਕਰਾਂਗੇ। ਠੀਕ ਹੈ। ਇਹਨੂੰ ਆਪਾਂ 3 ਡਾਇਮੈਂਸ਼ਨ ਦੇ ਨਾਲ ਵੀ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਠੀਕ ਹੈ। ਸੋ ਆਪਣੇ ਕੋਲ ਫਸਟ ਸੈਕਸ਼ਨ ਇਜ਼ F7, ਇਹਨੂੰ ਮੈਂ ਗੂਗਲ ਸਕੈਚਅਪ ਡਰਾ ਕੀਤਾ ਹੈ। F7 ਆ ਗਿਆ, ਦੈਨ ਸਾਡੇ ਕੋਲ F4 ਵੀ ਆ ਗਿਆ, ਔਰ ਦੈਨ ਸਾਡੇ ਕੋਲ T2 ਆ ਗਿਆ, ਔਰ ਇੱਕ FZ5 ਹੈ। FZ5 ਜਿਹੜਾ ਹੈ ਉਹ ਆਪਾਂ ਯੂਜ਼ ਕਰਦੇ ਹਾਂ ਜਦੋਂ ਸਾਡੇ ਕੋਲ ਵੈਂਟੀਲੇਟਰ ਹੋਵੇ। ਠੀਕ ਹੈ। ਸੋ ਇਹਨੂੰ ਵੀ ਅਗਰ ਵੈਂਟੀਲੇਟਰ ਵੀ ਦੇ ਵਿੱਚ ਸੈਕਸ਼ਨ ਮੇਨ ਯੂਜ਼ ਕਰਦੇ ਹਾਂ, ਜਾਂ ਫਿਰ ਆਪਾਂ ਇਹਨੂੰ ਇਹਦੀ ਜਗ੍ਹਾ ਵੀ F7 ਵੀ ਯੂਜ਼ ਕਰ ਲਈ ਤਾਂ ਵੀ ਚੱਲ ਜਾਂਦਾ, ਬਟ ਇਹ ਥੋੜਾ ਲਾਈਟ ਵੇਟ ਹੁੰਦਾ ਹੈ, ਇਸ ਕਰਕੇ FZ5 ਯੂਜ਼ ਕਰ ਲੈਂਦੇ ਹਾਂ। ਔਰ ਇੱਕ ਹੈਗਾ K12B। ਠੀਕ ਹੈ। ਇਹ ਇੱਕ ਛੋਟਾ ਜਿਹਾ ਸੈਕਸ਼ਨ ਉੱਥੇ ਯੂਜ਼ ਹੁੰਦਾ ਜਿੱਥੇ ਵਿੰਡੋ ਦੀ ਓਪਨਿੰਗ ਸਾਡੀ ਬਾਹਰ ਐਕਸਪੋਜ਼ ਹੋਵੇ ਤੇ ਉਹਦੇ 'ਚ ਪਾਣੀ ਪੈਣ ਦਾ ਚਾਂਸਸ ਹੋਵੇ, ਆਪਾਂ ਉੱਥੇ ਇੱਕ ਐਜ਼ ਅ ਛੋਟਾ ਜਿਹਾ ਛੱਜਾ ਹੈ ਤਾਂ ਕਿ ਪਾਣੀ ਡ੍ਰਿਪ ਕਰਕੇ ਬਾਹਰ ਗਿਰ ਜਾਵੇ, ਬਜਾਏ ਇੱਥੇ ਸੈਕਸ਼ਨ ਦੇ ਵਿੱਚ ਜੋ ਵੀ ਇੱਥੇ ਹੋਏਗਾ ਉਹਨੂੰ ਅਵੋਇਡ ਕਰਨ ਦੇ ਲਈ ਹੈ। ਠੀਕ ਹੈ। ਸੋ ਇਹਨੂੰ ਵੀ ਆਪਾਂ ਦੇਖਦੇ ਹਾਂ ਕਿੱਥੇ ਯੂਜ਼ ਹੁੰਦਾ ਹੈ। ਸੋ ਜੇ ਗੱਲ ਕਰੀਏ ਆਪਾਂ ਇੱਕ ਜਿਹੜਾ ਸਾਡੇ ਕੋਲ ਡਰਾਇੰਗ ਹੈਗੀ ਹੈ, ਜਿਹੜੀ ਹੁਣ ਮੈਂ ਇਹਦੇ ਵਿੱਚ ਡਿਸਕਸ ਕਰਾਂਗਾ ਤੁਹਾਡੇ ਕੋਲ, ਇੱਕ ਵਿੰਡੋ ਦੀ ਐਲੀਵੇਸ਼ਨ ਇਸ ਤਰ੍ਹਾਂ ਤਰੀਕੇ ਦੀ ਕੋਈ ਹੈਗੀ ਹੈ ਕਿ ਮੇਰੇ ਕੋਲ ਆਹ ਜਿਹੜਾ ਪਾਰਟ ਹੈ ਉਹ ਓਪਨੇਬਲ ਹੈਗਾ ਹੈ। ਠੀਕ ਹੈ।
और ये वाला पार्ट फिक्स है, ये भी फिक्स है, और ये जड़ा पार्ट है दोनों ये भी फिक्स है। सो इस तरीके नाल दिस इज वन ओपनेबल पार्ट और ये 1 2 3 ते 4 फिक्स्ड सैक्शन है ने। ठीक है, और जी मैं गल कर रहा सी K12B दी, इस जगह ते चांसिस है कि बारिश का पानी अंदर जा सकता है, क्योंकि स्टील के नाल स्टील का सैक्शन जो जुड़ेगा वो फिर भी माड़ा मोटा गैप रह जाता है, तो इतने चांसिस है वो पानी आने दे। सो आप एक पूरी इतने एक K12B सैक्शन यूज़ कर सकते हैं पूरा, ताकि बारिश का पानी वो ओपनिंग जिन्नी माड़ी जी रह जाती है वो पानी ना जा सके बस। ठीक है, उस करके K12B सैक्शन यूज़ करते हैं। अगर साडी फिक्सिंग डिटेल बहुत वधिया हैगी है या साडे कोल ये जॉइंट नहीं हैगा इदां दा, ते आपां K12B ਨੂੰ अवॉइड भी कर सकते हैं। ठीक है, हुण आपां गल करिए एक प्लान दी। इस पासे मेरे कोल ब्रिक वॉल हैगी है, ब्रिक वॉल दे उत्ते मेरे कोल इत्थे 12 mm दा प्लास्टर इस तरीके दे नाल चलेगा नाल नाल। ठीक है, और इस पासे भी इस तरीके नाल प्लास्टर चलेगा और इस पासे भी प्लास्टर चलेगा। ठीक है, सो सब तो पहला आ गया आपां F7 सैक्शन लगा देना इहदे नाल। ठीक है, वो किहड़ा F7 सैक्शन है, जे आपां एलिवेशन च एक बारी दोबारा देखिए ਤੇ ਜਿਹੜਾ ਬਾਹਰੋਂ ਬਾਹਰ ਇੱਕ ਸੈਕਸ਼ਨ ਹੈਗਾ ਸਾਡੇ ਕੋਲ ਇਸ ਤਰੀਕੇ ਨਾਲ ਜਾ ਰਿਹਾ ਚਾਰੋਂ ਪਾਸੇ, that is F7। ਠੀਕ ਹੈ, ਫਰੇਮ ਦਾ ਸੈਕਸ਼ਨ F7। ਦੈਨ ਉਸ ਤੋਂ ਬਾਅਦ ਇੱਥੇ ਜਿਹੜਾ ਸੈਕਸ਼ਨ ਯੂਜ਼ ਕਰਾਂਗੇ, ਕਿਉਂਕਿ ਇੱਕ ਪਾਸੇ ਓਪਨੇਬਲ ਪਾਰਟ ਹੈਗਾ, ਇੱਕ ਪਾਸੇ ਫਿਕਸ ਵਿੰਡੋ ਹੈਗੀ ਹੈ, ਜਿਹੜਾ ਇਹ ਵਾਲਾ ਸੈਕਸ਼ਨ ਹੈ ਪਾਰਟਿਕੂਲਰਲੀ ਉਹਨੂੰ F4 ਵੀ ਯੂਜ਼ ਕਰ ਲਾਂਗੇ। ਠੀਕ ਹੈ, ਔਰ ਇਹ ਵਾਲਾ ਜਿਹੜਾ ਪਾर्ट है अगेन ये भी एक पासे फिक्स ओपनेबल विंडो है, एक पासे फिक्स विंडो है, ये वाला पार्ट भी F4 भी होना चाहिए। ठीक है, सो इन्ना क्लैरिटी हो जाती कि दिस इज F7 सैक्शन जो बारों बार जाएगा सारा फ्रेम का, और दैन जो इत्थे सैक्शन यूज होएगा प्लस इत्थे सैक्शन यूज होएगा F4 भी है, और क्योंकि आ वाला फिक्स है आ भी फिक्स है, सो ए वाला सैक्शन और ए वाला सैक्शन अपन सिंपल T2 सैक्शन जो है T सैक्शन है उन्होंने यूज कर सकते हैं। उस तो बाद जो ओपनेबल विंडो है वह जो फ्रेम है वाइट कलर सानू दिख रहा है उन्होंने भी आप F7 सैक्शन के नाल ड्रॉ कर सकते हैं। सो कमिंग टू सैक्शनल प्लान, फर्स्ट आप एक F7 सैक्शन लगा देंगे और दैन फ्रेम के नाल अगे चल रहे हैं, और दूसरे पासे जो सैक्शन आ जाएगा दैट इज F4 भी। ठीक है, और दोबारा एक बार फिर देखिए जी आप डिस्कशन कर रहे हैं वो इस पासों की सैक्शन आ रहा है कट के कि इतने F7 आ गया, दैन F7 विंडो का आ गया, दैन F7 फिर विंडो का आ गया, दैन F7 सॉरी F4 भी फ्रेम का आ गया, दैन T2 आ गया, और दैन लास्ट में फिर अगेन F7 आ गया। दोबारा चेक करिए, सो दिस इज F7 फ्रेम का और दिस इज F7 ऑफ विंडो फ्रेम जी ओपनेबल विंडो है। ठीक है, और ये ओपनेबल विंडो है, ये ग्लास लगा हुआ है, ये ग्लास को सपोर्ट करने लिए यहाँ आप वॉल पुट्टी सॉरी ग्लास पुट्टी लगा सकते हैं, या फिर आप चैनल सैक्शन कोई भी यूज करके उन्होंने स्क्रू कर सकते हैं। ठीक है, दैन अगेन विंडो जो फ्रेम है जो विंडो ओपनेबल विंडो का फ्रेम हो वो F7 सैक्शन आ गया, और दैन क्योंकि इस पासे साडे कोल ओपनेबल विंडो है ये इस तरीके नाल ओपन होएगी, जे आपां गल करिए तां चलो इन्हू आपां भी देखते हैं। ये ओपनेबल विंडो एक पासे और सैकेंड साडे कोल इस पासे फिक्स विंडो है, सिर्फ ग्लास ही है, सो इस करके वी यूज F4 भी सैक्शन है। ठीक है, अगेन इत्थे ग्लास इस जगह पे आ गया, इन्हू सी चैनल सैक्शन है यूज कर लिया होल्ड कर लिया, और इस तरह F4 भी इत्थे ग्लास आ गया और इत्थे चैनल सैक्शन आप इन्हू होल्ड कर लिया। दैन इस तो बाद साडे कोल आ जाएगा जिथे दोनों पासे फिक्स विंडो है कि इस पासे भी ग्लास है और इस पासे भी ग्लास है, वी यूज T सेक्शन। ठीक है, एक T सेक्शन यूज हो गया
जिथे दोनों पासे ग्लास है और दैन चैनल सैक्शन दे नाल आपां इहनूं दोनों नूं होल्ड कर लिया। और दैन लास्ट विच अगेन F7 सैक्शन है, क्योंकि इधर ओपनेबल विंडो नहीं है, सो कल्ला ही एक F7 सैक्शन आ जाएगा जिहदे विच ग्लास फिक्स साडा आ जाएगा। ठीक है, सो ये हो गया प्लान दे विच आपां डिस्कशन कीती। दैन इसे तरह वर्टिकल सैक्शन देखा जाए तो फ्रेम का पहला सब तो उपर F7 सैक्शन आ गया। ठीक है, दैन ग्लास आ गया, दैन उन्होंने होल्ड करने लई C चैनल आ गया। और दैन नीचे आपां देखिए जिथे आपां K12B की गल कर रहे थे, आपां गल कीती सी कि नीचे ओपनेबल विंडो है, ऊपर फिक्स विंडो है, सो आपां F4B यूज करना। सो दिस इज F4B। इत्थे एक्चुअली आपां F7 यूज कर लिया, बट अदरवाइज जे थ्रू एंड थ्रू हुंदा तो आपां इहनूं F4B यूज करना सीगा। ठीक है, सो आपां की कीता, एक अरेंजमेंट इहो जिहा डिसाइड कीता कि F7 इस तरीके नाल लगा के ਉਹਦੇ ਵਿੱਚ ਉਹਦਾ मिरर लगा ਦਿੱਤਾ F7 ਉੱਪਰ, ताकि दोनों पासे ग्लास होल्ड हो जाए और ਇਹਨਾਂ ਦੋਨਾਂ ਦੇ ਵਿੱਚ ਆਪਾਂ K12B ਨੂੰ ਹੋਲਡ ਕਰ ਲਿਆ। ਇਸ ਓਪਨਿੰਗ ਦੀ ਮੈਂ ਗੱਲ ਕਰ ਰਿਹਾ ਸੀਗਾ ਕਿ ਜਿੱਥੋਂ ਪਾਣੀ ਆਉਣ ਦੇ ਚਾਂਸਸ ਹੈਗੇ ਆ। ਠੀਕ ਹੈ, ਇਫ ਦਿਸ ਇਜ਼ ਐਕਸਟੀਰੀਅਰ तो पानी आने के चांसेस है इतों, तो आप जो K12 भी लगा देंगे तो पानी जो कुछ आएगा तो ड्रिप करके इतों भी नीचे चला जाएगा। सो अपना K12B का ये मकसद है। ठीक है, अगर ये सारा तामझाम नहीं करना है तो आप एक सिंपल F4B सैक्शन के नाल भी आप चला सकते हैं। ठीक है, और ये सारी क्योंकि विंडो थ्रू हैगी नीचे तक, सो ये लास्ट विच अगेन F7 एंड F7 सैक्शन साडे कोल आ जाएंगे। ठीक है, दिस इज F7 and this is second F7। सो जे आपां दोबारा शीट की गल करिए, सो आपां की कर रहे हैं, सो हुण दोबारा आपां देखिए ये जिहड़ा बारों बार एक फ्रेम है दैट इज ऑफ F7 सैक्शन, क्योंकि इत्थे साडे कोल एक ओपनेबल है, एक फिक्स है, इत्थे जिहड़ा सैक्शन यूज करांगे वो F4B हो जाएगा, इत्थे अगेन F4B यूज हो रहा है। तुसी एक इहदी सिंपल एलिवेशन बना लो, जिन्नी कॉम्प्लिकेटेड ना बनाओ। ਉਹਦੇ ਸਿੰਪਲ ਇੱਕ ਓਪਨਿੰਗ ਸਾਈਜ਼ ਦੇ ਵਿੱਚ ਇੱਕ ਫਿਕਸ ਵਿੰਡੋ ਕਰ ਦਿਓ ਔਰ ਬਾਕੀ ਸਾਰੀਆਂ ਫਿਕਸ, ਇੱਕ ਓਪਨੇਬਲ ਵਿੰਡੋ ਕਰ ਦਿਓ, ਬਾਕੀ ਸਾਰੀ ਫਿਕਸ ਵਿੰਡੋ ਜਾਂ ਫਿਕਸ ਪੈਨਲਸ ਕਰ ਦਿਓ ਸਾਰੇ। ਠੀਕ ਹੈ, ਸੋ ਦੈਨ ਇਹ ਸਾਡੇ ਕੋਲ ਜਿਹੜੇ ਦੋ ਸੈਕਸ਼ਨ F4B ਆ ਗਏ ਨੇ, ਔਰ ਦੈਨ ਇੱਥੇ T2 ਸੈਕਸ਼ਨ ਆ ਗਿਆ, ये वाला भी F4B सेक्शन आ गया, ये अगेन T2 सेक्शन आ गया, ये नीचे वाला F7 सेक्शन आ गया और ऊपर वाला भी F7 सेक्शन आ गया। जे वेंटिलेटर लेने हैं तो ये नाल बारों बार एक FZ5 सेक्शन यूज होएगा। ठीक है, और ਜਦੋਂ ਆਪਾਂ ਇਹ ਡਿਟੇਲਸ ਆਊਟ ਕਰ ਲਾਂਗੇ ਸਾਨੂੰ ਕਲੈਰਿਟੀ ਹੋ ਜਾਏਗੀ ਕਿ ਸਾਰਾ ਸਾਡਾ ਅਰੇਂਜਮੈਂਟ ਹੋ ਗਿਆ ਹੈ, ਦੈਨ ਅਸੀਂ ਇਹ ਪਲਾਨ ਥੋੜੇ ਫ੍ਰੀ ਹੈਂਡ ਹੀ ਬਣਨਗੇ, ਕਿਉਂਕਿ ਇਹ ਛੋਟੇ ਸਕੇਲ ਦੇ ਉੱਤੇ ਆਪਾਂ ਇਹਨੂੰ ਡਿਸਾਈਡ ਨਹੀਂ ਕਰ ਸਕਦੇ। ਸੋ ਛੋਟੇ ਸਕੇਲ ਦੇ ਉੱਤੇ ਆਪਾਂ ਇਹਨੂੰ ਸੈਕਸ਼ਨਸ ਬਣਾ ਕੇ ਜੋ ਵੀ ਹੈ ਰੈਪਲੀਕਾ ਅਪਰੋਕਸੀਮੇਟਲੀ ਆਪਾਂ, ਕਿਉਂਕਿ ਸਾਨੂੰ ਇਹ ਪਤਾ ਕਿ ਇੱਥੋਂ ਲੈ ਕੇ ਇੱਥੇ ਤੱਕ ਜਿਹੜਾ ਡਿਸਟੈਂਸ ਹੈ ਦੈਟ ਇਜ਼ ਆਫ 25 mm। ਸੋ 25 mm ਨੂੰ ਸਕੇਲ ਤੇ ਲਿਜਾ ਕੇ ਇਸੇ ਲਾਈਨਾਂ ਦੇ ਵਿੱਚ ਆਪਾਂ ਸਾਰਾ ਫਰੇਮ ਡਰਾ ਕਰ ਦਾਂਗੇ। ਅਪਰੋਕਸੀਮੇਸ਼ਨ ਅਗਰ ਪ੍ਰਮੋਸ਼ਨ ਦੇ ਨਾਲ ਆਪਾਂ ਲਵਾਂਗੇ ਤਾਂ ਦੈਨ ਆਪਾਂ ਇਹਦੀਆਂ ਸਾਰੀਆਂ ਪ੍ਰੋਜੈਕਸ਼ਨਸ ਲੈ ਕੇ ਉੱਪਰ ਕੱਲੀ ਕੱਲੀ ਲਾਈਨ ਦੀ ਪ੍ਰੋਜੈਕਸ਼ਨ ਲੈ ਕੇ ਆਪਾਂ ਇਹ ਡਰਾ ਕਰ ਸਕਦੇ ਹਾਂ, ਜਿਹਦੇ ਸਾਰੀਆਂ ਲਾਈਨਸ ਅਵੇਲੇਬਲ ਸਾਡੇ ਕੋਲ ਨਿਕਲ ਕੇ ਆਉਣਗੀਆਂ ਡਰਾਫਟ ਹੋ ਕੇ। ਠੀਕ ਹੈ, ਦੇਖੋ ਇਸ ਇਹਨੂੰ ਡਿਟੇਲ ਦੇ ਵਿੱਚ ਦੇਖ ਲੈਂਦੇ ਹਾਂ। ਸੋ F7 ਸੈਕਸ਼ਨ ਇਸ ਤਰੀਕੇ ਨਾਲ ਆਪਾਂ ਡਰਾ ਕੀਤਾ ਵਾਲ ਦੇ ਨਾਲ, ਉਹਦੇ ਨਾਲ ਦੇਖੋ ਪਲਾਸਟਰ ਲਾਈਨ ਚੱਲ ਰਹੀ ਹੈ। ਠੀਕ ਹੈ, ਸੋ ਪਲਾਸਟਰ ਇਸ ਤਰੀਕੇ ਨਾਲ ਫਿਲ ਹੋ ਜਾਏਗਾ ਇਹਦੇ ਵਿੱਚ।
और ये ਜਿਹੜਾ F7 ਸੈਕਸ਼ਨ ਹੈ ਬਹੁਤ ਡੀਪਲੀ ਆਪਾਂ ਦੀਵਾਰ ਦੇ ਵਿੱਚ ਸਕਰੂ ਕਰ ਸਕਦੇ ਹਾਂ, ਠੀਕ ਹੈ। और ये सैक्शनस हैगे ने, जे आपां गल करिए दिस इज F7 सैक्शन, ਇਹਦੀ ਡਿਮੈਂਸ਼ਨਿੰਗ ਹੈਗੀ ਹੈ और ਇਹਦਾ ਜਿਹੜਾ weight ਹੈ ਤਕਰੀਬਨ 1.4 ਕਿਲੋਗ੍ਰਾਮ ਪਰ ਮੀਟਰ ਹੁੰਦਾ, ਮਤਲਬ 1 ਮੀਟਰ ਦੀ ਇਹਦੀ ਲੈਂਥ ਹੋਏਗੀ, 1 ਮੀਟਰ ਦੀ ਲੈਂਥ ਆਪਾਂ ਲਵਾਂਗੇ ਉਹਦਾ weight ਤਕਰੀਬਨ 1.4 kg ਹੈ। ਸੋ F4B ਹੈ ਜਿਹੜਾ ਥੋੜਾ ਹੈਵੀ ਹੈ ਉਹ 2.28 ਹੈਗਾ ਹੈ और T2 है ਉਹਦਾ 1.036 ਹੈ और FZ5 ਹੈ ਇਹਦਾ 1.5 kg ਹੈ। ਇਹ weight ਆਪਣੇ ਉੱਥੇ ਯੂਜ਼ ਹੁੰਦੇ ਨੇ ਜਿੱਥੇ ਆਪਾਂ ਡਿਸਾਈਡ ਕਰਨਾ ਹੋਵੇ ਵੀ F4B ਜਾਂ F7B ਚੋਂ ਕਿਹੜਾ ਯੂਜ਼ ਕਰੀਏ। ਓਬਵੀਅਸਲੀ F7B ਹਲਕਾ ਪੈਂਦਾ ਹੈ, ਸੋ ਜੇ ਆਪਾਂ ਕੋਸਟ ਕਟਿੰਗ ਕਰਨੀ ਹੈਗੀ ਹੈ, ਐਫੀਸ਼ੀਐਂਟ ਬਣਾਉਣਾ ਹੈ ਡਿਜ਼ਾਈਨ ਕੋਸਟ ਐਫੀਸ਼ੀਐਂਟ, ਦੈਨ ਅਸੀਂ F7B ਉੱਥੇ ਯੂਜ਼ ਕਰਾਂਗੇ ਬਜਾਏ F4B। ਸੋ ਇਸੇ ਕਰਕੇ ਆਪਾਂ ਜਿਹੜਾ ਫਰੇਮ ਹੈ ਉਹਨੂੰ F4B ਦੇ ਨਾਲ ਬਣਾਉਣ ਦੀ ਬਜਾਏ ਆਪਾਂ F7B ਦੇ ਨਾਲ ਬਣਾਵਾਂਗੇ, ਠੀਕ ਹੈ। ਕੁਛ ਨਾ ਕੁਛ ਤਾਂ ਫਾਇਦਾ ਹੋਏਗਾ ਉਸ ਚੀਜ਼ ਦਾ। और वर्टिकल सैक्शन की डिटेल की गल करिए तो ये उपर एक छज्जा आएगा, वो छज्जा आप उस तरह लिंटल के नाल छज्जा बना के वो प्लास्टर लाइन दिखा देती है। दैन सब तो उपर साडे कोल जिहड़ा सैक्शन आ जाएगा F7B और दैन वेंटिलेटर का FZ5 आ रहा है इत्थे, दैन वेंटिलेटर का फिर नीचे वाला FZ5 आ रहा है। दैन अगेन F7B ਦੇ ਨਾਲ ਆਪਾਂ ਹੁਣੇ 3D ਵਿੱਚ ਦੇਖਿਆ ਸੀਗਾ ਕਿ ਉਹਨਾਂ ਦੋਨਾਂ ਨੂੰ ਅਰੇਂਜਮੈਂਟ ਕਰਕੇ ਆਪਾਂ ਇੱਕ ਗੇਟ ਵਾਲਾ ਵੀ ਬਾਹਰ ਕੱਢੀ ਹੋਈ ਹੈ ਤਾਂ ਕਿ ਜਿੱਥੋਂ ਪਾਣੀ ਅੰਦਰ ਆਉਣ ਦੇ ਚਾਂਸਸ ਘੱਟ ਜਾਣ, ਠੀਕ ਹੈ। ਸੋ ਅਗੇਨ ਓਪਨੇਬਲ ਜਿਹੜੀ ਵਿੰਡੋ ਹੈ ਉਹਦਾ F7B ਦੋਨੋਂ ਪਾਸੇ ਆ ਗਿਆ। ਹੁਣ ਇਸ ਜਗ੍ਹਾ ਤੇ ਆਪਾਂ F4B ਯੂਜ਼ ਕਰ ਰਹੇ ਹਾਂ, ਉਹ F4B ਆ ਗਿਆ और दैन अगेन ग्लास आके F7B लास्ट ਵਿੱਚ आ गया और ये साडा सिल लेवल हो जाएगा, वो अपना डिसाइड हो जाएगा। देखो ये सारियां प्रोजैक्शनस इस तो बाद ਆਪਾਂ ਲੈ ਰਹੇ ਹਾਂ ਕਿਉਂਕਿ ਇਹ ਸਾਰੀਆਂ ਲਾਈਨਾਂ ਪਹਿਲਾਂ ਨਹੀਂ ਬਣ ਸਕਦੀਆਂ ਤੁਹਾਡੇ ਕੋਲ। ਇਹ ਜਦੋਂ ਤੁਸੀਂ ਆਹ ਡਰਾ ਕਰੋਗੇ ਥੋੜਾ ਜਿਹਾ ਇੱਕ ਆਈਡੀਆ ਹੋਏਗਾ ਵੀ ਇੱਥੋਂ ਦੀ ਲੈ ਕੇ ਇੱਥੇ ਤੱਕ ਦੀਆਂ ਲਾਈਨਸ ਹੈਗੀਆਂ ਨੇ, ਉਸ ਤੋਂ ਬਾਅਦ ਹੀ ਤੁਹਾਡੇ ਕੋਲ ਡਬਲ ਲਾਈਨਿੰਗ ਵਗੈਰਾ ਇਹ ਸਾਰੀ ਡਿਸਾਈਡ ਹੋਏਗੀ, ਠੀਕ ਹੈ। ਔਰ ਇਹ ਉਦੋਂ ਡਿਸਾਈਡ ਹੋਏਗਾ ਜਦੋਂ ਤੁਹਾਡੇ ਕੋਲ ਜਿਹੜੇ ਵਰਟੀਕਲ ਸੈਕਸ਼ਨਸ ਨੇ वो क्लीयर होके आएंगे, जितना इस तरीके का वर्टिकल सेक्शन है, ठीक है। कि साढ़े को F7B आ रहा है, दैन F4B आ रहा है और दैन लास्ट में अगेन F7B आ रहा है ਜਿਹੜਾ ਸਾਡਾ ਨੀਚੇ ਸਿਲ ਦੇ ਵਿੱਚ ਸਕਰੂ ਕਰ ਰਹੇ ਹਾਂ, ਠੀਕ ਹੈ। ਸੋ ਪਹਿਲਾਂ ਸਾਨੂੰ ਇਹ ਸਟੈਂਸਿਲ ਯੂਜ਼ ਕਰਕੇ ਇਹ ਸੈਕਸ਼ਨਸ ਡਰਾ ਕਰਨੇ ਪੈਣੇ, ਉਹ ਕਲੈਰਿਟੀ ਹੋ ਜਾਏਗੀ। ਦੈਨ ਅਸੀਂ ਜਿਹੜੇ ਸਾਡੇ ਕੋਲ ਵਰਟੀਕਲ ਸੈਕਸ਼ਨ ਹੈਗੇ ਨੇ ਸਾਡੇ ਕੋਲ, ਆਪਾਂ ਉਹਦੇ ਵਿੱਚ ਇਹ ਚੀਜ਼ਾਂ ਡਰਾ ਕਰ ਸਕਦੇ ਹਾਂ। ਇਹਦੀ ਪ੍ਰੋਜੈਕਸ਼ਨ ਦੇ ਨਾਲ ਆਪਾਂ ਐਲੀਵੇਸ਼ਨ ਨੂੰ ਪੂਰੇ ਕਲੀਅਰ ਕਰ ਸਕਦੇ ਹਾਂ। ਸਿੰਗਲ ਲਾਈਨ ਐਲੀਵੇਸ਼ਨ ਆਪਾਂ ਪਹਿਲਾਂ ਡਰਾ ਕਰ ਸਕਦੇ ਹਾਂ ਜਿਹਦੇ ਵਿੱਚ ਆਪਾਂ ਡਿਸਾਈਡ ਕਰ ਸਕਦੇ ਹਾਂ ਕਿ ਫਿਕਸ ਵਿੰਡੋ ਕਿਹੜੀ ਹੈ ਔਰ ਓਪਨੇਬਲ ਵਿੰਡੋ ਕਿਹੜੀ ਹੈ, ਠੀਕ ਹੈ। ਇਹ ਡਿਮੈਂਸ਼ਨਿੰਗ ਹੈਗੀ ਜਿਹੜੀ ਜੇ ਕਲੈਰਿਟੀ ਹੈ ਮੈਂ ਤੁਹਾਡੇ ਨਾਲ ਸ਼ੇਅਰ ਕਰ ਲਾਂਗਾ ਸਾਰੀਆਂ, ਠੀਕ ਹੈ। ਸੋ ਇਹਦੇ ਨਾਲ ਆਪਾਂ ਇੱਕ ਸਟੈਂਸਿਲ ਸਾਨੂੰ ਲੈ ਸਕਦੇ ਹਾਂ, ਕੋਈ ਵੀ ਟਰਾਂਸਪੇਰੈਂਟ ਸ਼ੀਟ ਹੈ ਜਾਂ ਪੁਰਾਣਾ ਐਕਸਰੇ ਕੋਈ ਹੈਗਾ ਹੈ ਜਿਹਦੇ ਵਿੱਚ ਦਿਖਦਾ ਹੈ ਆਰ ਪਾਰ, ਆਪਾਂ ਉਹਨਾਂ ਨੂੰ ਯੂਜ਼ ਕਰਕੇ ਸਟੈਂਸਿਲ ਕ੍ਰੀਏਟ ਕਰਾਂਗੇ। ਉਹ ਸਟੈਂਸਿਲ ਦੇ ਵਿੱਚ ਜਦੋਂ ਆਪਾਂ ਇਹ ਡਰਾ ਕਰ ਲਾਂਗੇ ਫਿਰ ਆਪਾਂ ਇਹਦੀ ਕਟਿੰਗ ਕਰਾਂਗੇ। ਉਹਦੇ ਵਿੱਚ ਜਦੋਂ ਕਟਿੰਗ ਕਰਾਂਗੇ ਆਪਾਂ ਉਹ ਸਟੈਂਸਿਲ ਨੂੰ ਫਿਰ ਡਾਇਰੈਕਟਲੀ ਯੂਜ਼ ਕਰ ਸਕਦੇ ਹਾਂ ਤਾਂ ਕਿ ਆਪਾਂ ਟਰੇਸ ਕਰਕੇ F7B ਡਰਾ ਕਰ ਸਕੀਏ, ਠੀਕ ਹੈ, ਤਾਂ ਕਿ ਸਾਡੇ ਜਿਹੜੇ ਡਿਟੇਲ ਸੈਕਸ਼ਨਸ ਹੈਗੇ ਨੇ ਸਾਰੇ ਬਣ ਸਕਣ। ਆਈ ਹੋਪ ਕਿ ਇਹਦੇ ਨਾਲ ਤੁਹਾਨੂੰ ਕਾਫੀ ਸ਼ੀਟ ਦੀ ਕਲੈਰਿਟੀ ਹੋ ਗਈ ਹੈ। ਸੋ ਬਾਕੀ ਇਸ ਤੋਂ ਬਾਅਦ ਆਪਾਂ ਸਟੀਲ ਡੋਰ ਨੂੰ ਨੈਕਸਟ ਲੈਕਚਰ ਦੇ ਵਿੱਚ ਡਿਸਾਈਡ ਕਰਾਂਗੇ।